Hello everyone, welcome to Victor's Knowledge. This is Shinu Sharma. So today we are going to take up another important session on quantitative aptitude ਤੇ ਅੱਜ ਦਾ ਜਿਹੜਾ ਲੈਕਚਰ ਹੈ ਇਹਦੇ ਵਿੱਚ ਮੇਨ ਤੁਸੀਂ ਫਾਰਮੂਲੇ ਧਿਆਨ ਨਾਲ ਸਮਝ ਕੇ ਯਾਦ ਰੱਖਣੇ ਨੇ ਇਹਨਾਂ ਨੂੰ ਦਿਮਾਗ 'ਚ ਬਿਠਾ ਲੈਣਾ ਹੈ ਸੋ ਸਭ ਤੋਂ ਪਹਿਲਾਂ ਆਪਾਂ ਵਿਆਜ ਬਾਰੇ ਗੱਲ ਕਰਾਂਗੇ ਇੰਟਰਸਟ ਦੇ ਜਿਹੜੇ ਦੋ ਕਨਸੈਪਟ ਤੇ ਪੇਪਰ 'ਚ ਕੁਐਸਚਨ ਆਉਂਦਾ ਇੱਕ ਹੁੰਦਾ ਸਧਾਰਨ ਵਿਆਜ ਜਿਹਨੂੰ ਆਪਾਂ ਸਿੰਪਲ ਇੰਟਰਸਟ ਕਹਿੰਦੇ ਆ ਦੂਜਾ ਹੁੰਦਾ ਮਿਸ਼ਰਤ ਜਿਹਨੂੰ ਆਪਾਂ ਕੰਪਾਊਂਡ ਇੰਟਰਸਟ ਕਹਿੰਦੇ ਆ ਕਿਹੜੇ ਫਾਰਮੂਲੇ ਨੇ ਕਿਹੜੇ ਸ਼ਾਰਟ ਟ੍ਰਿਕਸ ਨੇ ਕਿਹੜੇ ਸ਼ਾਰਟਕਟ ਮੈਥਡ ਨੇ ਸਾਰਾ ਕੁਝ ਅੱਜ ਆਪਾਂ ਇਸ ਲੈਕਚਰ ਵਿੱਚ ਕਵਰ ਕਰਾਂਗੇ ਉਸ ਤੋਂ ਬਾਅਦ ਮੈਂਸੂਰੇਸ਼ਨ ਵਿੱਚ ਏਰੀਆ ਪੈਰੀਮੀਟਰ ਵੋਲਿਊਮ ਸਰਫੇਸ ਏਰੀਆ ਜਿੰਨੇ ਵੀ ਇਹਨਾਂ ਦੇ ਇੰਪੋਰਟੈਂਟ ਫਾਰਮੂਲੇ ਪੇਪਰ ਚ ਆਉਂਦੇ ਨੇ ਤੇ ਜੇ ਤੁਸੀਂ ਪਿਛਲੇ ਸਾਲ ਦੇ ਸਬ ਇੰਸਪੈਕਟਰ ਦੇ ਕੁਐਸਚਨ ਪੇਪਰ ਧਿਆਨ ਨਾਲ ਐਨਾਲਾਈਜ਼ ਕੀਤੇ ਨੇ ਉਹਦੇ ਵਿੱਚੋਂ ਤੁਹਾਨੂੰ ਇੱਕ ਚੀਜ਼ ਸਮਝ ਆ ਗਈ ਹੋਊਗੀ ਕਿ ਇਹ ਜਿਹੜੇ ਦੋ ਟੌਪਿਕ ਨੇ ਇੰਟਰਸਟ ਵਾਲਾ ਮੈਂਸੂਰੇਸ਼ਨ ਤੁਹਾਨੂੰ ਇਹਦੇ ਵਿੱਚ ਜ਼ਿਆਦਾ ਟੈਕਨੀਕੈਲਿਟੀ ਵਿੱਚ ਜਾਣ ਦੀ ਲੋੜ ਨਹੀਂ ਸਿੱਧਾ ਜੇ ਤੁਹਾਨੂੰ ਫਾਰਮੂਲਾ ਸਮਝ ਆ ਰਿਹਾ ਹੈ ਕਿ ਕਿਹੜਾ ਲਗਾਉਣਾ ਤਾਂ ਤੁਹਾਡਾ ਉੱਥੇ ਕੁਐਸਚਨ ਸੋਲਵ ਹੋ ਜਾਊਗਾ ਕੋਈ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਕੁਐਸਚਨ ਵਿੱਚ ਤਿੰਨ ਚਾਰ ਚੀਜ਼ਾਂ ਪਹਿਲਾਂ ਫਾਈਂਡ ਆਊਟ ਕਰਨੀਆਂ ਨੇ ਡਾਇਰੈਕਟਲੀ ਫਾਰਮੂਲਾ ਬੇਸਡ ਕੁਐਸਚਨ ਆਉਣੇ ਨੇ ਸੋ ਨਾਓ ਲੈਟਸ ਗੈਟ ਸਟਾਰਟਡ ਆਮ ਭਾਸ਼ਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਇੰਟਰਸਟ ਆਪਾਂ ਬਹੁਤ ਵਾਰੀ ਸੁਣਦੇ ਰਹਿੰਦੇ ਆ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਵਿਆਜ ਕਹਿ ਦਿੰਦੇ ਆ ਤੁਸੀਂ ਕਿਸੇ ਤੋਂ ਪੈਸਾ ਲਿਆ ਜਿੰਨਾ ਸਮਾਂ ਪੈਸਾ ਆਪਣੇ ਕੋਲ ਉਧਾਰ ਤੇ ਰੱਖਿਆ ਉਨਾ ਸਮਾਂ ਜਿਹੜਾ ਤੁਹਾਨੂੰ ਐਕਸਟਰਾ ਪੈਸਾ ਪੈ ਰਿਹਾ ਉਹ ਪੈਸਾ ਰੱਖਣ ਦੇ ਲਈ ਜਿਹੜੀ ਤੁਹਾਨੂੰ ਇੱਕ ਫੀਸ ਦੇਣੀ ਪੈ ਰਹੀ ਹੈ ਐਕਸਟਰਾ ਕਿਸੇ ਦਾ ਤੁਹਾਨੂੰ ਪੈਸਾ ਦੇਣ ਕਰਕੇ ਉਹਨੂੰ ਆਪਾਂ ਕਹਿ ਦਿੰਦੇ ਆ ਇੰਟਰਸਟ ਵਿਆਜ ਸੋ ਕੋਈ ਪਰਸਨ ਕਿਸੇ ਤੋਂ ਬੋਰੋ ਕਰਦਾ ਪੈਸਾ ਲੈਂਦਾ ਕਿਸੇ ਇੱਕ ਫਿਕਸਡ ਪੀਰੀਅਡ ਦੇ ਲਈ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਮੈਂਸ਼ਨ ਹੈ ਤੁਸੀਂ ਕਿਸੇ ਤੋਂ ਸਾਲ ਦੇ ਲਈ 1000 ਰੁਪਇਆ ਲੈ ਲਿਆ ਤਾਂ ਉਹਦੇ ਪਿੱਛੇ ਜੇ ਉਹ ਪਰਸਨ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਇੰਨੇ ਪਰਸੈਂਟ ਕੁਝ ਐਕਸਟਰਾ ਪੈਸਾ ਮੈਨੂੰ ਐਡ ਕਰਕੇ ਸਾਲ ਤੋਂ ਬਾਅਦ ਪੈਸੇ ਮੋੜਨੇ ਪੈਣਗੇ ਤਾਂ ਜਿਹੜੀ ਉਹ ਐਕਸਟਰਾ ਮਨੀ ਤੁਸੀਂ ਉਹ ਪੈਸੇ ਦੇ ਲਈ ਮਨੀ ਲੈਂਟ ਦੇ ਲਈ ਉਹਨੂੰ ਵਰਤਨ ਦੇ ਲਈ ਦੇ ਰਹੇ ਹੋ ਉਹਨੂੰ ਆਪਾਂ ਕਹਿ ਦਿੰਦੇ ਆ ਇੰਟਰਸਟ ਜਾਂ ਫਿਰ ਵਿਆਜ ਇੰਟਰਸਟ ਇਜ਼ ਦਾ ਮਨੀ ਪੇਡ ਜੋ ਪੈਸਾ ਲੈ ਰਿਹਾ ਉਧਾਰ ਤੇ ਜਿਹਦੇ ਤੋਂ ਪੈਸਾ ਲਿਆ ਆਪਾਂ ਉਹਨੂੰ ਪੇ ਕਰਦੇ ਆ ਵਿਆਜ ਜਿੰਨਾ ਪੈਸਾ ਲਿਆ ਉਹਨੂੰ ਆਪਾਂ ਕਹਿ ਦਿੰਦੇ ਆ ਪ੍ਰਿੰਸੀਪਲ ਅਮਾਉਂਟ ਜਾਂ ਫਿਰ ਸਮ ਆਫ ਪ੍ਰਿੰਸੀਪਲ ਤੇ ਇੰਟਰਸਟ ਮੰਨ ਲਓ ਤੁਸੀਂ 1000 ਰੁਪਇਆ ਲਿਆ ਉਹਦੇ ਉੱਤੇ ਤੁਹਾਨੂੰ 6% ਵਿਆਜ ਪੈ ਗਿਆ 1000 ਰੁਪਇਆ ਲਿਆ 6% ਤੁਹਾਨੂੰ ਵਿਆਜ ਹੈ 1 ਸਾਲ ਦੇ ਲਈ ਪੈਸਾ ਲਿਆ ਹੁਣ ਜਿੰਨਾ ਤੁਸੀਂ ਇਹ 6% ਅਮਾਉਂਟ ਐਡ ਕਰਕੇ ਜੋੜ ਕੇ ਇੰਟਰਸਟ ਜੋੜ ਕੇ ਕਿਸੇ ਨੂੰ ਪੈਸਾ ਦੋਗੇ ਉਹ ਟੋਟਲ ਹੋਊਗਾ ਪੈਸਾ ਅਮਾਉਂਟ ਮੰਨ ਲਓ 1000 ਰੁਪਇਆ ਸੀ ਇਹਦੇ ਤੇ 6% ਇਹ ਮੈਂ ਤੁਹਾਨੂੰ ਅੱਗੇ ਫਾਰਮੂਲਾ ਸਮਝਾਉਂਗੀ P into R into T 60 ਰੁਪਏ ਇੰਨਾ ਕੀ ਹੋ ਗਿਆ ਸਧਾਰਨ ਵਿਆਜ 1000 ਰੁਪਏ ਪਿੱਛੇ 6% ਤੇ 60 ਰੁਪਏ ਤੁਸੀਂ ਵਿਆਜ ਦੇ ਰਹੇ ਹੋ ਹੁਣ ਕਿੰਨੀ ਹੋ ਗਈ ਟੋਟਲ ਅਮਾਉਂਟ ਤੁਸੀਂ ਕਿੰਨੇ ਰੁਪਏ ਮੋੜਨੇ ਨੇ 1060 ਸੋ ਇਹ ਹੈ ਸਿੰਪਲ ਜਿਹਾ ਕਨਸੈਪਟ ਰੇਟ ਹੁੰਦਾ ਜਿੰਨਾ ਤੁਸੀਂ ਹਰ 100 ਰੁਪਏ ਦੇ ਲਈ ਜਿੰਨਾ ਤੁਸੀਂ ਰੇਟ 1 ਸਾਲ ਦੇ ਲਈ ਕਿਸੇ ਨੂੰ ਵਿਆਜ ਤੇ ਦੇ ਰਹੇ ਹੋ ਸੋ ਜੋ ਰੇਟ ਲਗਾਇਆ ਜਾ ਰਿਹਾ ਤੁਹਾਡੇ ਉੱਤੇ ਵਿਆਜ ਦਾ ਜਿੰਨਾ ਪਰਸੈਂਟ ਤੁਸੀਂ ਪੈਸਾ ਐਕਸਟਰਾ ਦੇਣਾ ਹੈ ਉਹਨੂੰ ਆਪਾਂ ਕਹਿੰਦੇ ਆ ਰੇਟ ਪਰਸੈਂਟ ਸੋ ਇਹ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਪਿੱਛੇ ਲਗਾ ਕੇ ਦਿਖਾਇਆ ਹੈ P ਹੋਗੀ ਜਿੰਨਾ ਪੈਸਾ ਕਿਸੇ ਤੋਂ ਲਿਆ ਇਹ ਵਿਆਜ ਕੱਢਣ ਦਾ ਫਾਰਮੂਲਾ ਹੈ T ਹੋ ਗਿਆ ਕਿੰਨੇ ਟਾਈਮ ਪੀਰੀਅਡ ਦੇ ਲਈ ਸਾਲ ਲਈ 2 ਸਾਲ ਲਈ 2.5 ਸਾਲ ਲਈ 3 ਸਾਲ ਲਈ R ਹੋ ਗਿਆ ਕਿੰਨੇ ਪਰਸੈਂਟ ਤੇ ਹੋ ਸਕਦਾ ਕੋਈ ਤੁਹਾਨੂੰ 2% ਤੇ ਪੈਸਾ ਦੇਵੇ ਕੋਈ ਤੁਹਾਨੂੰ 4% ਤੇ ਦੇਵੇ ਸੋ ਅਮਾਉਂਟ ਜਿੰਨੀ ਨਿਕਲ ਕੇ ਆਊਗੀ ਇਹ ਪਰਸੈਂਟ ਦੀ ਉਹਨੂੰ ਆਪਾਂ ਕਹਿ ਦਿੰਦੇ ਆ ਸਿੰਪਲ ਇੰਟਰਸਟ ਸੋ ਇਹ ਫਾਰਮੂਲਾ ਹੈ ਪ੍ਰਿੰਸੀਪਲ ਮਲਟੀਪਲਾਈ ਬਾਈ ਟਾਈਮ ਮਲਟੀਪਲਾਈ ਬਾਈ ਰੇਟ ਪਰ ਐਨਮ ਡਿਵਾਈਡ ਬਾਈ 100 What is the rate of simple interest at which a sum of money double itself? ਹੁਣ ਇਸੇ ਤਰੀਕੇ ਦਾ ਕੁਐਸਚਨ ਤੁਹਾਨੂੰ ਪੇਪਰ ਚ ਆਉਂਦਾ ਕਿ ਕਿੰਨਾ ਰੇਟ ਹੋਊਗਾ ਆਪਾਂ ਨੂੰ ਉੱਥੇ ਇਹ ਚੀਜ਼ ਪੁੱਛੀ ਹੁੰਦੀ ਹੈ ਕਿ ਕਿੰਨਾ ਰੇਟ ਪਰਸੈਂਟ ਹੋਊਗਾ ਸਿੰਪਲ ਇੰਟਰਸਟ ਦਾ ਜਿਹਦੇ ਵਿੱਚ ਸਮ ਹੈ ਜਿਹੜਾ ਪੈਸਾ ਹੈ ਉਹ ਆਪਣੇ ਆਪ ਨੂੰ ਇੰਨੇ ਸਾਲਾਂ ਚ ਦੁੱਗਣਾ ਕਰ ਲੂ ਸੋ ਜੇ ਤੁਹਾਨੂੰ ਇਸ ਟਾਈਪ ਦਾ ਕੁਐਸਚਨ ਆ ਗਿਆ ਉੱਥੇ ਤੁਸੀਂ ਡਾਇਰੈਕਟਲੀ ਇਹ ਫਾਰਮੂਲਾ ਲਗਾ ਦੇਣਾ ਇਹ ਕਿਵੇਂ ਲਗਾਉਣਾ ਹੈ ਆਪਾਂ ਅੱਗੇ ਕੁਐਸਚਨ ਸੋਲਵ ਕਰਾਂਗੇ ਉਹਦੇ ਵਿੱਚ ਤੁਹਾਨੂੰ ਸਮਝ ਆ ਜਾਊਗਾ
ਇਸੇ ਤਰੀਕੇ ਦੀ ਇੱਕ ਹੋਰ ਸਿਚੁਏਸ਼ਨ ਬੇਸਡ ਕੁਐਸਚਨ ਹੈ ਤੇ ਉੱਥੇ ਰਿਕੁਆਇਰਡ ਸਮ ਦਾ ਇਹ ਤੁਸੀਂ ਫਾਰਮੂਲਾ ਲਗਾਉਣਾ ਜਿੱਥੇ ਤੁਹਾਨੂੰ ਸਮ ਪੁੱਛਿਆ ਹੋਵੇ A ਨੇ ਬੈਂਕ 'ਚ ਪੈਸਾ ਜਮ੍ਹਾਂ ਕਰਾਇਆ ਰੇਟ ਪਰਸੈਂਟ ਹੈ ਇੰਨਾ R% ਪੂਰੇ ਲਿਖਿਆ ਹੋਇਆ ਕੁਝ ਸਾਲਾਂ ਬਾਅਦ ਪ੍ਰੋਪਰ ਉੱਥੇ ਸਾਲ ਲਿਖੇ ਹੁੰਦੇ ਨੇ ਉਹਨੂੰ ਕਿੰਨੇ ਪੈਸੇ ਰਿਸੀਵ ਹੋਏ what sum he had deposited in the bank ਸੋ ਜਿਹੜਾ ਇਹ ਫਾਰਮੂਲਾ ਹੈ ਇਹਦੇ ਵਿੱਚ ਆਪਣੇ ਕੋਲ ਜਿਹੜਾ ਸਮ ਹੈ P ਹੈ ਉਹ ਚੀਜ਼ ਪੁੱਛੀ ਹੋਈ ਹੈ ਕਿ ਉਹਨੇ ਕਿੰਨੇ ਪੈਸੇ ਜਮ੍ਹਾਂ ਕਰਵਾਏ ਸੀ ਕਿ ਇੰਨੇ ਰੇਟ ਪਰਸੈਂਟ ਤੇ ਇੰਨੇ ਟਾਈਮ ਪੀਰੀਅਡ ਬਾਅਦ ਉਹਨੂੰ ਜਿਹੜੀ ਅਮਾਉਂਟ ਆਈ ਹੈ ਟੋਟਲ ਉਹ ਅਮਾਉਂਟ ਇੰਨੀ ਮਿਲ ਗਈ ਸੋ ਉਹਦੇ ਲਈ ਤੁਸੀਂ ਇਹ ਡਾਇਰੈਕਟਲੀ ਫਾਰਮੂਲਾ ਉੱਥੇ ਲਗਾ ਦੇਣਾ ਹੈ ਇਹ ਜੇ ਸ਼ਾਰਟਕਟ ਫਾਰਮੂਲੇ ਤੁਸੀਂ ਆਪਣੇ ਕੋਲ ਦਿਮਾਗ 'ਚ ਬਿਠਾ ਲਓ ਦੇਖ ਕੇ ਇਹਨਾਂ ਨੂੰ ਇੱਕ ਦੋ ਸੇਮ ਟਾਈਪ ਦੇ ਕੁਐਸਚਨ ਸੋਲਵ ਕਰ ਲਓ ਤਾਂ ਤੁਹਾਡੇ ਇਹ ਜਿਹੜੇ ਛੋਟੇ ਛੋਟੇ ਕਨਸੈਪਟ ਨੇ ਜੋ ਤੁਹਾਨੂੰ ਪੇਪਰ 'ਚ ਕਾਫੀ ਕੰਪਲਿਕੇਟਡ ਲੱਗਦੇ ਨੇ ਤੁਹਾਡੇ ਟਿਪਸ ਤੇ ਹੋ ਜਾਣਗੇ ਉਸ ਤੋਂ ਬਾਅਦ ਜਿਹੜੀ ਸਿੰਪਲ ਇੰਟਰਸਟ ਸੀ ਉਹਦੇ ਵਿੱਚ ਵੀ ਜਦੋਂ ਆਪਾਂ ਨੇ ਅਮਾਉਂਟ ਕੱਢਣੀ ਹੈ ਮੈਂ ਤੁਹਾਨੂੰ ਦੱਸਿਆ ਉਹਦੇ ਵਿੱਚ ਜਿੰਨਾ ਆਪਾਂ ਨੇ ਸਿੰਪਲ ਇੰਟਰਸਟ ਕੱਢਿਆ ਪਲੱਸ ਜਿਹੜਾ ਸਮ ਸੀ ਉਹਨਾਂ ਨੂੰ ਐਡ ਕਰਕੇ ਨਿਕਲ ਆਉਂਦੀ ਹੈ ਟੋਟਲ ਅਮਾਉਂਟ ਜੋ ਆਪਾਂ ਨੇ ਪੈਸਾ ਕਿਸੇ ਨੂੰ ਵਿਆਜ ਲਗਾ ਕੇ ਦੇਣਾ ਹੈ ਸੋ ਪਹਿਲਾਂ ਤਾਂ ਆਪਾਂ ਸਿੰਪਲ ਇੰਟਰਸਟ ਕੱਢ ਲਾਂਗੇ ਫਿਰ ਆਪਾਂ ਕਰ ਦਾਂਗੇ P ਪਲੱਸ ਸਿੰਪਲ ਇੰਟਰਸਟ ਉਹ ਬਣ ਜਾਂਦੀ ਹੈ ਅਮਾਉਂਟ ਕੰਪਾਊਂਡ ਇੰਟਰਸਟ ਮਿਸ਼ਰਤ ਵਿਆਜ ਅਲੱਗ-ਅਲੱਗ ਸਾਲਾਂ ਦਾ ਅਲੱਗ-ਅਲੱਗ ਰੇਟ ਹੈ ਕੰਪਾਊਂਡ ਕੋਈ ਹਾਫਲੀ ਕਰ ਰਿਹਾ ਆਪਾਂ ਕੈਲਕੂਲੇਟ ਕੋਈ ਕਿੰਨੇ ਸਾਲਾਂ ਬਾਅਦ ਕਰ ਰਿਹਾ ਸੋ ਉੱਥੇ ਆਪਾਂ ਨੇ ਇਹ ਫਾਰਮੂਲਾ ਲਗਾਉਣਾ ਅਮਾਉਂਟ ਮਾਈਨਸ ਪ੍ਰਿੰਸੀਪਲ ਹੁਣ ਉਰੇ ਅਮਾਉਂਟ ਕਿਵੇਂ ਕੱਢਣੀ ਆ ਆਪਾਂ ਨੇ ਅਲੱਗ-ਅਲੱਗ ਸਾਲਾਂ ਦੇ ਲਈ ਉਹਦੇ ਇਹ ਫਾਰਮੂਲੇ ਨੇ ਕੰਪਾਊਂਡ ਇੰਟਰਸਟ ਵਿੱਚ ਮੇਨ ਆਪਣੀ ਟੈਕਨੀਕੈਲਿਟੀ ਆਉਂਦੀ ਆ ਕਿ ਪਹਿਲਾਂ ਆਪਾਂ ਨੂੰ ਅਮਾਉਂਟ ਕੱਢਣੀ ਪੈਂਦੀ ਹੈ ਫਿਰ ਉਸ ਅਮਾਉਂਟ ਨੂੰ ਜਿਹੜਾ ਉਰੇ ਆਨਸਰ ਆ ਗਿਆ ਇਹਨੂੰ ਆਪਾਂ ਪ੍ਰਿੰਸੀਪਲ ਚੋਂ ਮਾਈਨਸ ਕਰਕੇ ਕੰਪਾਊਂਡ ਇੰਟਰਸਟ ਕੱਢਦੇ ਆ ਕਈ ਵਾਰ ਸਟੂਡੈਂਟ ਕਾਲੀ ਵਿੱਚ ਕੀ ਕਰਦੇ ਨੇ ਕੱਲੀ ਅਮਾਉਂਟ ਕੈਲਕੂਲੇਟ ਕਰਦੇ ਨੇ ਤੇ ਫਿਰ ਲੱਭੀ ਜਾਂਦੇ ਨੇ ਕਿ ਕੰਪਾਊਂਡ ਇੰਟਰਸਟ ਤਾਂ ਚਾਰ ਆਪਸ਼ਨਾਂ ਦੇ ਵਿੱਚੋਂ ਕੋਈ ਆਨਸਰ ਸਾਡਾ ਮੈਚ ਹੀ ਨਹੀਂ ਕਰ ਰਿਹਾ ਤੁਸੀਂ ਉੱਥੇ ਪ੍ਰਿੰਸੀਪਲ ਮਾਈਨਸ ਕਰਨਾ ਭੁੱਲ ਜਾਂਦੇ ਹੋ ਅਮਾਉਂਟ ਕੱਢਣ ਤੋਂ ਬਾਅਦ ਸੋ ਜਿੱਥੇ ਇੰਟਰਸਟ ਕੰਪਾਊਂਡ ਕੀਤਾ ਹੈ ਐਨੂਅਲੀ ਸਾਲ ਬਾਅਦ ਉੱਥੇ ਇਹ ਸਿੰਪਲ ਫਾਰਮੂਲਾ ਲੱਗਣਾ ਹੈ P ਦੇ ਵਿੱਚ ਆਪਾਂ ਜੋ ਸਮ ਹੈ ਉਹ ਭਰ ਦਾਂਗੇ R ਵਿੱਚ ਨਾ ਰੇਟ ਪਰਸੈਂਟ ਹੈ N ਹੈ ਟਾਈਮ ਪੀਰੀਅਡ ਜਿੱਥੇ ਹਾਫ ਈਅਰਲੀ ਉੱਥੇ ਇਹ ਫਾਰਮੂਲਾ ਲੱਗਣਾ ਹੈ ਇਹ ਫਾਰਮੂਲੇ ਤੁਹਾਨੂੰ ਇਸੇ ਤਰ੍ਹਾਂ ਯਾਦ ਕਰਨੇ ਪੈਣਗੇ ਹੁਣ ਜਿੱਥੇ ਉਹਨਾਂ ਨੇ ਕੋਈ ਇਸ ਤਰੀਕੇ ਦਾ ਫ੍ਰੈਕਸ਼ਨ ਦੇ ਵਿੱਚ ਸਾਲ ਲਿਖਤਾ ਤਾਂ ਉੱਥੇ ਤੁਸੀਂ ਕੀ ਕਰਨਾ ਪਹਿਲਾਂ ਤੁਸੀਂ ਜਿੱਥੇ N ਹੈ ਨੰਬਰ ਆਫ ਇਅਰਸ ਹੈ ਉੱਥੇ ਜਿਹੜਾ ਫ੍ਰੈਕਸ਼ਨ ਦਾ ਇਹ ਵਾਲੀ ਚੀਜ਼ ਹੈ ਇਹਨੂੰ ਲਿਖਣਾ ਉਸ ਤੋਂ ਬਾਅਦ ਜਿੰਨੀ ਉਰੇ ਹੈ ਉਹਨੂੰ ਆਪਾਂ ਨੇ ਅਲੱਗ ਇਸ ਤਰੀਕੇ ਨਾਲ R ਨਾਲ ਮਲਟੀਪਲਾਈ ਕਰ ਦੇਣਾ ਇੱਕ ਹੋਰ ਕੇਸ ਆਉਂਦਾ ਜਿੱਥੇ ਉਹਨਾਂ ਨੇ ਲਗਾਤਾਰ ਲਿਖਿਆ ਹੁੰਦਾ ਕਿ ਰੇਟ ਆਫ ਇੰਟਰਸਟ ਜਿੱਥੇ ਅਲੱਗ-ਅਲੱਗ ਹੈ ਕਿ ਪਹਿਲੇ ਸਾਲ ਇੰਨਾ ਦੂਜੇ ਸਾਲ ਇੰਨਾ ਤੀਜੇ ਸਾਲ ਇੰਨਾ ਤਾਂ ਉੱਥੇ ਅਮਾਉਂਟ ਆਪਾਂ ਇਕੱਠੀ ਇਹ ਫਾਰਮੂਲਾ ਲਗਾ ਕੇ ਵਰਤ ਸਕਦੇ ਹਾਂ ਸੋ ਪ੍ਰਿੰਸੀਪਲ ਸੇਮ ਹੈ ਕਾਮਨ ਹੈ ਆਪਾਂ ਨੇ ਅਮਾਉਂਟ ਇਕੱਠੀ ਕੱਢਣੀ ਹੈ ਸੋ ਉੱਥੇ ਆਪਾਂ ਫਰਸਟ ਸੈਕਿੰਡ ਥਰਡ ਈਅਰ ਦੇ ਲਈ ਜਿਹੜਾ ਰੇਟ ਪਰਸੈਂਟ ਹੋਊਗਾ ਕੁਐਸਚਨ ਨੂੰ ਉਹਨੂੰ ਇਹ ਫਾਰਮੂਲੇ ਦੇ ਵਿੱਚ ਭਰ ਕੇ ਕੱਢ ਸਕਦੇ ਹਾਂ ਇੱਕ ਹੋਰ ਸਟੇਟਮੈਂਟ ਹੈ ਮੰਨ ਲਓ ਕੋਈ ਸਮ ਸੀ ਕੋਈ ਅਮਾਉਂਟ ਸੀ ਉਹਦਾ ਕਿੰਨੇ ਸਾਲਾਂ ਦੀ ਉਹ ਦੇਣ ਵਾਲੀ ਰਹਿੰਦੀ ਹੈ ਹੁਣ ਉਹਦੀ ਕਿੰਨੀ ਵੈਲਿਊ ਬਣ ਗਈ ਪ੍ਰੈਜ਼ੈਂਟ ਵਰਥ ਕਿੰਨੀ ਬਣ ਗਈ ਸੋ ਉਹਦੇ ਲਈ ਆਪਾਂ ਡਾਇਰੈਕਟਲੀ ਇਹ ਫਾਰਮੂਲਾ ਲਗਾ ਦਾਂਗੇ ਉਸ ਤੋਂ ਬਾਅਦ ਇਹ ਜਿਹੜਾ ਨੈਕਸਟ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਮੈਂ ਅਲੱਗ ਤੋਂ ਇਸੇ ਲਈ ਉਰੇ ਬਾਕਸ ਵਿੱਚ ਹਾਈਲਾਈਟ ਕਰਕੇ ਪਾਇਆ ਹੈ ਕਿਉਂਕਿ ਇਹਦੇ ਉੱਤੇ ਮੈਕਸਿਮਮ ਕੁਐਸਚਨ ਆਉਂਦੇ ਨੇ ਕੋਈ ਵੀ ਤੁਸੀਂ ਪੇਪਰ ਚੱਕ ਕੇ ਦੇਖ ਲਓ ਕੋਈ PPSC ਦਾ PSSB ਦਾ ਪੰਜਾਬ ਪੁਲਿਸ ਦਾ ਪੁਰਾਣਾ ਇਸ ਟਾਈਪ ਦਾ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੂਗਾ ਜਿੱਥੇ ਲਿਖਿਆ ਹੁੰਦਾ ਜੇ ਡਿਫਰੈਂਸ ਕੰਪਾਊਂਡ ਸਿੰਪਲ ਇੰਟਰਸਟ ਦਾ 2 ਸਾਲਾਂ ਦਾ ਇੰਨਾ ਹੈ ਤਾਂ P ਕਿੰਨੀ ਹੈ R ਕਿੰਨੀ ਹੈ ਸੋ ਜਿੱਥੇ 2 ਸਾਲਾਂ ਦਾ ਡਿਫਰੈਂਸ ਹੋਵੇ ਉੱਥੇ ਡਿਫਰੈਂਸ ਇਹ ਫਾਰਮੂਲਾ ਲਗਾ ਕੇ ਤੁਸੀਂ ਸਿੱਧਾ ਕੱਢ ਸਕਦੇ ਹੋ ਤੁਹਾਨੂੰ ਪਹਿਲਾਂ ਕੋਈ ਵੀ ਚੀਜ਼ ਅਲੱਗ ਤੋਂ ਸਿੰਪਲ ਇੰਟਰਸਟ ਕੱਢਣ ਦੀ ਲੋੜ ਨਹੀਂ ਕੰਪਾਊਂਡ ਇੰਟਰਸਟ ਕੱਢਣ ਦੀ ਲੋੜ ਨਹੀਂ ਤੁਸੀਂ PR ਸਕੁਆਇਰ ਅਪਨ 100 ਦਾ ਸਕੁਆਇਰ ਇਹ ਸਿੱਧਾ ਸਿੰਪਲ ਜਿਹਾ ਫਾਰਮੂਲਾ ਲਗਾ ਦੇਣਾ ਜਿੱਥੇ ਡਿਫਰੈਂਸ 3 ਸਾਲਾਂ ਦਾ ਹੋਵੇ ਉੱਥੇ ਤੁਸੀਂ ਇਹ ਨੀਚੇ ਵਾਲਾ ਫਾਰਮੂਲਾ ਲਗਾ ਦੇਣਾ ਹੁਣ ਆਪਾਂ ਨੇ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਦੇ ਜਿੰਨੇ ਵੀ ਇੰਪੋਰਟੈਂਟ ਫਾਰਮੂਲੇ ਨੇ ਕਨਸੈਪਟ ਦੇਖ ਲਏ ਕਿਹੜੀ ਚੀਜ਼ ਕਿਵੇਂ ਕੱਢਣੀ ਹੈ ਉਹ ਪਤਾ ਲੱਗ ਗਈ ਹੁਣ ਅੱਗੇ ਆਪਾਂ ਟੌਪਿਕ ਚਾਹੁੰਦੇ ਆ ਮੈਂਸੂਰੇਸ਼ਨ ਉੱਤੇ
ਹੁਣ ਮੈਂਸੂਰੇਸ਼ਨ ਵਿੱਚ ਵੀ ਸਿੰਪਲ ਕੁਝ ਸ਼ੇਪਸ ਹੁੰਦੀਆਂ ਨੇ 2D ਸ਼ੇਪਸ ਜਿਹੜੀਆਂ ਆਪਾਂ ਨੂੰ ਸਿੱਧਾ ਦਿਖਦੀਆਂ ਨੇ 3D ਜਿਹੜੀਆਂ 3 ਡਾਇਮੈਂਸ਼ਨਲ ਹੁੰਦੀਆਂ ਨੇ 2D ਦੇ ਵਿੱਚ ਆਉਂਦੇ ਨੇ ਸਕੁਆਇਰ ਰੈਕਟੈਂਗਲ ਸਰਕਲ ਜਿਨ੍ਹਾਂ ਦਾ ਆਪਾਂ ਏਰੀਆ ਫਾਈਂਡ ਆਊਟ ਕਰਦੇ ਹਾਂ 2D ਦਾ ਮਤਲਬ ਹੈ ਕਿ ਸਿਰਫ ਉੱਥੇ ਤੁਹਾਨੂੰ ਦੋ ਤਰੀਕੇ ਦੇ ਡਾਇਮੈਂਸ਼ਨ ਹੋਣਗੇ ਲੈਂਥ ਤੇ ਬ੍ਰੈਡਥ ਜਿਹੜੀਆਂ 3D ਇਮੇਜਸ ਹੁੰਦੀਆਂ ਨੇ ਜਿਵੇਂ ਕਿਊਬ ਹੋ ਗਿਆ ਕਿਊਬੋਇਡ ਹੋ ਗਿਆ ਕੋਨ ਹੋ ਗਈ ਉਹਨਾਂ ਦੀ ਤੁਹਾਨੂੰ ਤਿੰਨ ਤਰੀਕੇ ਦੀਆਂ ਡਾਇਮੈਂਸ਼ਨਸ ਹੁੰਦੀਆਂ ਨੇ ਮੈਜ਼ਰਮੈਂਟਸ ਹੁੰਦੀਆਂ ਨੇ ਜਿਹਨੂੰ ਆਪਾਂ ਲੈਂਥ ਬ੍ਰੈਡਥ ਤੇ ਤੀਜੀ ਹਾਈਟ ਕਹਿ ਦਿੰਦੇ ਆ ਸੋ ਉੱਥੇ ਆਪਾਂ ਕੱਢਦੇ ਹੁੰਦੇ ਆ ਵੋਲਿਊਮ ਉਰੇ ਆਪਾਂ ਕੱਢਾਂਗੇ ਏਰੀਆ ਸੋ ਇਹ ਸਾਰੇ ਫਾਰਮੂਲੇ ਤੁਹਾਨੂੰ ਯਾਦ ਕਰਨੇ ਪੈਣਗੇ ਸਕੁਆਇਰ ਦਾ ਹੁੰਦਾ ਜਿਹੜੀਆਂ ਸਕੁਆਇਰ ਦੀਆਂ ਸਾਈਡਸ ਨੇ ਉਹਦਾ ਸਕੁਆਇਰ ਕਿਉਂਕਿ ਬਰਾਬਰ ਹੁੰਦੀਆਂ ਨੇ 4a 4 ਮਲਟੀਪਲਾਈ ਬਾਈ a ਦਾ ਉਰੇ ਮਤਲਬ ਹੈ ਸਾਈਡ ਜਿੰਨੀ ਸਾਈਡ ਦੀ ਮੈਜ਼ਰਮੈਂਟ ਹੈ ਪੈਰੀਮੀਟਰ ਰੈਕਟੈਂਗਲ ਲੈਂਥ ਇਨਟੂ ਬ੍ਰੈਡਥ 2l b ਪੈਰੀਮੀਟਰ ਸਰਕਲ ਦਾ ਫਾਰਮੂਲਾ ਹੈ ਇਹ ਸਾਰੇ ਫਾਰਮੂਲੇ ਤੁਸੀਂ ਇੱਕ ਵਾਰੀ ਜ਼ਰੂਰ ਯਾਦ ਕਰ ਲੈਣੇ ਆ ਇਹਨਾਂ ਨੂੰ ਲਿਖ ਕੇ ਦੇਖ ਲਓ ਉਸ ਤੋਂ ਬਾਅਦ ਇਹ ਆ ਗਿਆ 3 ਡਾਇਮੈਂਸ਼ਨਲ ਉਰੇ ਵੋਲਿਊਮ ਦਾ ਕੀ ਫਾਰਮੂਲਾ ਹੋਊਗਾ ਕਰਵਡ ਸਰਫੇਸ ਏਰੀਆ ਲੇਟਰਲ ਪੂਰੀ ਤਰ੍ਹਾਂ ਕਿਵੇਂ ਦਿਖ ਰਿਹਾ ਆਪਾਂ ਨੂੰ ਟੋਟਲ ਸਰਫੇਸ ਏਰੀਆ ਕਿਵੇਂ ਹੈ ਸੋ ਇਹ ਸਾਰੇ ਅਲੱਗ-ਅਲੱਗ ਫਾਰਮੂਲੇ ਤੁਸੀਂ ਯਾਦ ਰੱਖਣੇ ਆ ਸੋ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ A man lent a sum of money ਕਿਸੇ ਪਰਸਨ ਨੇ ਦੂਜੇ ਪਰਸਨ ਨੂੰ ਪੈਸਾ ਦਿੱਤਾ ਇੰਟਰਸਟ ਰੇਟ ਰੱਖਿਆ 4% ਜਿੰਨਾ ਪੈਸਾ ਦਿੱਤਾ ਤੇ ਜਿੰਨਾ ਟੋਟਲ ਇੰਟਰਸਟ 8 ਸਾਲ ਬਾਅਦ ਬਣਿਆ ਉਹ ਸਟਾਰਟਿੰਗ ਜਿੰਨਾ ਅਮਾਉਂਟ ਸੀ ਸਮ ਸੀ ਪ੍ਰਿੰਸੀਪਲ ਸੀ ਉਹਦੇ ਨਾਲੋਂ 340 ਘੱਟ ਸੀ ਸੋ ਆਪਾਂ ਨੂੰ 8 ਸਾਲਾਂ ਦਾ ਇਹ ਪਤਾ ਲੱਗ ਗਿਆ ਕਿ ਪ੍ਰਿੰਸੀਪਲ ਨਾਲੋਂ ਸਿੰਪਲ ਇੰਟਰਸਟ ਕਿੰਨਾ ਘੱਟ ਬਣਿਆ ਕੁਐਸਚਨ 'ਚ ਆਪਾਂ ਨੇ ਪ੍ਰਿੰਸੀਪਲ ਕਿੰਨਾ ਸੀ ਕਿੰਨਾ ਪੈਸਾ ਦਿੱਤਾ ਸਟਾਰਟਿੰਗ ਦੇ ਵਿੱਚ ਉਹ ਫਾਈਂਡ ਆਊਟ ਕਰਨਾ ਹੈ ਸੋ ਮੰਨ ਲਓ ਪ੍ਰਿੰਸੀਪਲ ਹੈ P ਸੋ ਸਿੰਪਲ ਇੰਟਰਸਟ ਦਾ ਫਾਰਮੂਲਾ ਕੀ ਆਊਗਾ 8 ਸਾਲਾਂ ਲਈ P into ਰੇਟ ਕਿੰਨਾ ਹੈ 4 ਟਾਈਮ ਕਿੰਨਾ ਹੈ 8 upon 100 ਸੋ ਇਹ ਬਣ ਗਿਆ 32P ਬਟੇ 100 ਕੁਐਸਚਨ ਤੋਂ ਆਪਾਂ ਨੂੰ ਕੀ ਪਤਾ ਚੱਲ ਰਿਹਾ ਹੈ ਕਿ ਪ੍ਰਿੰਸੀਪਲ ਨਾਲੋਂ ਜਿਹੜਾ ਇਹ ਇੰਟਰਸਟ ਰੇਟ ਘੱਟ ਹੈ ਤੇ ਇਹ ਕਿੰਨਾ ਘੱਟ ਹੈ 340 ਸੋ ਇਹ ਇਕੁਏਸ਼ਨ ਬਣ ਗਈ 100 ਉੱਪਰ ਚਲੇ ਗਿਆ 100p minus 32p 68p upon 100 is equal to 340 ਸੋ ਜਦੋਂ ਇਹਨੂੰ ਸੋਲਵ ਕਰਾਂਗੇ p ਦੀ ਵੈਲਿਊ ਆ ਜਾਊਗੀ ₹500 ਸੋ ਸਟਾਰਟਿੰਗ ਵਿੱਚ ਪ੍ਰਿੰਸੀਪਲ ਦਿੱਤਾ ਸੀ 500 8 ਸਾਲਾਂ ਬਾਅਦ ਕਿੰਨਾ ਘੱਟ 500 ਤੋਂ 340 ਘੱਟ ਸੀ ਜਿਹੜਾ ਉਹ ਇੰਟਰਸਟ ਬਣਿਆ अगला क्वेश्चन है सिंपल इंटरेस्ट ऑन अ सर्टेन सम फॉर 3 year at 14% per annum is 235.20 ਆਪਾਂ ਨੇ ਉਰੇ ਸਿੰਪਲੀ ਸਮ ਕੱਢਣਾ ਹੈ ਸੋ ਕੀ ਫਾਰਮੂਲਾ ਆਊਗਾ ਉਰੇ ਜੇ ਆਪਾਂ ਨੇ ਸਮ ਕੱਢਣਾ ਹੈ ਵੈਸੇ ਫਾਰਮੂਲਾ ਕੀ ਹੁੰਦਾ ਹੈ ਸਿੰਪਲ ਇੰਟਰਸਟ ਉਰੇ ਹੁਣ ਆਪਾਂ ਨੂੰ ਦੇਤਾ ਸੋ ਜਿਹੜੀ ਆਪਾਂ ਲੈਫਟ ਸਾਈਡ ਤੇ ਚੀਜ਼ ਲਿਖਦੇ ਹੁੰਨੇ ਆ ਉਹ ਆਪਾਂ ਨੂੰ ਦੇਤੀ 235.20 is equal to p p ਆਪਾਂ ਨੇ ਫਾਈਂਡ ਆਊਟ ਕਰਨਾ ਹੈ r ਕਿੰਨਾ ਹੈ 14 टाइम है 3 upon 100 सो ਆਪਾਂ ਨੇ ਇਹ ਚੀਜ਼ ਫਾਈਂਡ ਆਊਟ ਕਰਨੀ ਹੈ ਹੁਣ ਉਰੇ ਇਕੁਏਸ਼ਨ ਬਣ ਜੂਗੀ 235.20 ਇਹ 100 ਇੱਧਰ ਜਾ ਕੇ ਮਲਟੀਪਲਾਈ ਹੋ ਜਾਊਗਾ ਤੇ ਇਹ ਲੈਫਟ ਸਾਈਡ ਤੇ ਆ ਜਾਣਗੇ ਨੀਚੇ ਸੋ ਜਦੋਂ ਇਹਨੂੰ ਆਪਾਂ ਸੋਲਵ ਕਰਾਂਗੇ ਤਾਂ p ਦੀ ਵੈਲਿਊ ਆ ਜੂਗੀ 560 ਆਪਸ਼ਨ B ਅਗਲਾ ਕੁਐਸਚਨ ਹੈ ਸਿੰਪਲ ਕੰਪਾਊਂਡ ਇੰਟਰਸਟ ਦਾ What is the compound interest on 5000 5000 की है प्रिंसिपल टाइम है 2 year रेट है 10% कंपाउंडेड एनुअली मतलब उरे सिंपल वाला ਜਿਹੜਾ ਫਾਰਮੂਲਾ ਹੈ ਉਹ ਲੱਗੂਗਾ ਹੁਣ ਉਰੇ ਆਪਾਂ ਨੂੰ ਕੰਪਾਊਂਡ ਇੰਟਰਸਟ ਪੁੱਛਿਆ ਹੋਇਆ ਪਰ ਆਪਾਂ ਕੰਪਾਊਂਡ ਇੰਟਰਸਟ ਲਈ ਪਹਿਲਾਂ ਕੀ ਫਾਈਂਡ ਆਊਟ ਕਰਨੀ ਹੈ ਅਮਾਉਂਟ ਕੱਢਣ ਦਾ ਕੀ ਫਾਰਮੂਲਾ ਹੈ ਕੰਪਾਊਂਡਡ ਐਨੂਅਲੀ ਦੇ ਉੱਤੇ ਸੋ ਉਹਦਾ ਫਾਰਮੂਲਾ ਹੈ amount is equal to principal 1 minus r upon 100n ਸੋ r ਵਿੱਚ ਆਪਾਂ ਭਰ ਦਾਂਗੇ 10 n ਦੀ ਜਗ੍ਹਾ ਤੇ ਭਰ ਦਾਂਗੇ 2 p ਦੀ ਜਗ੍ਹਾ ਤੇ ਭਰ ਦਾਂਗੇ 5000 ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਜਿਹੜੀ p ਦੀ ਵੈਲਿਊ ਹੈ ਉਹ ਸੌਰੀ ਅਮਾਉਂਟ ਦੀ ਵੈਲਿਊ ਹੈ ਉਹ ਆਪਣੇ ਕੋਲ ਆ ਜਾਊਗੀ 6050 ਹੁਣ ਕੁਐਸਚਨ 'ਚ ਆਪਾਂ ਨੂੰ ਕੰਪਾਊਂਡ ਇੰਟਰਸਟ ਪੁੱਛਿਆ ਹੋਇਆ ਹੈ ਕੰਪਾਊਂਡ ਇੰਟਰਸਟ ਦਾ ਫਾਰਮੂਲਾ ਹੁੰਦਾ ਹੈ ਅਮਾਉਂਟ ਮਾਈਨਸ ਪ੍ਰਿੰਸੀਪਲ ਸੋ a minus p 6050 ਚੋਂ 5000 ਮਾਈਨਸ ਕੀਤਾ ਕੰਪਾਊਂਡ ਇੰਟਰਸਟ ਆ ਗਿਆ 1050 ਸੋ ਇਹ ਹੈ ਆਪਣਾ ਆਨਸਰ ਅਗਲਾ ਕੁਐਸਚਨ ਹੈ ਇਹਦੇ ਚ ਆਪਾਂ ਨੂੰ ਕੰਪਾਊਂਡ ਇੰਟਰਸਟ ਦੱਸਿਆ ਹੋਇਆ ਹੈ ਪੁੱਛ ਰਹੇ ਨੇ ਆਪਣੇ ਤੋਂ ਸਿੰਪਲ ਇੰਟਰਸਟ
ਸੋ ਹੁਣ ਆਪਾਂ ਦੇਖਦੇ ਹਾਂ ਇਹਨੂੰ ਕਿਵੇਂ ਸੋਲਵ ਕਰਾਂਗੇ। ਜੇ ਕੰਪਾਊਂਡ ਇੰਟਰਸਟ ਕਿਸੇ ਸਰਟਨ ਸਮ ਆਫ ਮਨੀ ਦਾ 3 ਸਾਲਾਂ ਦਾ 10% ਉੱਤੇ 993 ਹੈ। ਸੋ ਹੁਣ ਉਰੇ ਆਪਾਂ ਨੇ ਪ੍ਰਿੰਸੀਪਲ ਕੱਢਣਾ ਹੈ, ਤਾਂ ਪ੍ਰਿੰਸੀਪਲ ਕੱਢਣ ਲਈ ਆਪਾਂ ਜਿਹੜਾ ਕੰਪਾਊਂਡ ਇੰਟਰਸਟ ਦਾ ਫਾਰਮੂਲਾ ਹੈ ਉਹਨੂੰ ਥੋੜਾ ਜਿਹਾ ਉਲਟਾ ਪੁਲਟਾ ਕਰ ਦਾਂਗੇ। ਮੰਨ ਲਓ ਪ੍ਰਿੰਸੀਪਲ ਹੈ P 1 plus R upon 100 into T minus P। ਇਹ ਆਪਣੇ ਕੋਲ ਆ ਗਿਆ 993 ਮਾਈਨਸ P ਕਿਉਂ ਕੀਤਾ ਹੈ? ਕਿਉਂਕਿ ਇਹ ਹੈ ਆਪਣੇ ਕੋਲ ਅਮਾਉਂਟ ਦਾ ਫਾਰਮੂਲਾ, ਇਹਨੂੰ ਆਪਾਂ ਲਗਾਤਾ ਅਮਾਉਂਟ ਚੋਂ ਪ੍ਰਿੰਸੀਪਲ ਕੱਢ ਕੇ ਆਪਾਂ ਕੀ ਕੱਢਦੇ ਹੁੰਦੇ ਆ? ਕੰਪਾਊਂਡ ਇੰਟਰਸਟ। ਸੋ ਇਹ ਬਣ ਗਈ ਇਕੁਏਸ਼ਨ। ਹੁਣ ਇਹਦੇ ਚ ਆਪਣੇ ਜਦੋਂ ਸੋਲਵ ਕਰਾਂਗੇ P ਦੀ ਵੈਲਿਊ ਆ ਜਾਊਗੀ 3000। ਕੁਐਸਚਨ ਚ ਪੁੱਛਿਆ ਹੋਇਆ ਸਿੰਪਲ ਇੰਟਰਸਟ। ਸਿੰਪਲ ਇੰਟਰਸਟ ਕੱਢਣ ਲਈ ਹੁਣ ਆਪਣੇ ਕੋਲ P ਹੈ, R ਆਲਰੇਡੀ ਗਿਵਨ ਹੈ ਕੁਐਸਚਨ ਵਿੱਚ, T ਆਲਰੇਡੀ ਗਿਵਨ ਹੈ 3 ਸਾਲ। ਸੋ P ਮਲਟੀਪਲਾਈ ਬਾਈ R ਮਲਟੀਪਲਾਈ ਬਾਈ T ਡਿਵਾਈਡ ਬਾਈ 100, ਸਿੰਪਲ ਇੰਟਰਸਟ ਆ ਜਾਊਗਾ 900। अगला क्वेश्चन है फाइंड कंपाउंड इंटरेस्ट ऑन ₹50,000 at 16% per annum for 2 year compounded annually। सो सिंपल जा फॉर्मूला, अमाउंट 2 साल बाद कितनी होगी? P into 1 plus R upon 100 दी 2। सो ये अपने को आजू अमाउंट सॉल्व करांगे, अमाउंट आ जाऊगी 62,280। कंपाउंड इंटरेस्ट का फॉर्मूला अमाउंट माइनस प्रिंसिपल 50,000। सो आ गया अपने को माइनस करके 17,280 कंपाउंड इंटरेस्ट। सो ये तुसी जिन्नी ज्यादा प्रैक्टिस करी जाओगे, जिन्ने थोड़े हत्थां चों क्वेश्चन निकलणगे, ओना ही चीज़ां थोड़ियां पक्कियां हुंदियां रहणगियां। कोई डिफिकल्टी नहीं हुंदी। एक ही ट्रिक है क्वांट रीजनिंग दे क्वेश्चन नूं सॉल्व करन दा। जिथे स्टेटमेंट खत्म होगी पहला उत्थे तक क्वेश्चन नूं समझो। पूरा क्वेश्चन पढ़न की बजाय जिवें उरे फुल स्टॉप तक है, पहला इन्नी स्टेटमेंट नूं पढ़ो कि ये स्टेटमेंट की कह रही है। द डिफरेंस बिटवीन कंपाउंड इंटरेस्ट सिंपल इंटरेस्ट ऑन अ सर्टेन सम ऑफ मनी at 12% per annum for 2 years is ₹90। What will be the value of amount at the end of 3 years if compounded annually? डिफरेंस दसता मैं तुहानू पिछे ही फॉर्मूला स्पैशली दस्सिया सी भी जदों 2 साल दे लई डिफरेंस होवे कंपाउंड इंटरेस्ट सिंपल इंटरेस्ट दा, तो उत्थे अपने तो कोई P पुछी होवे, R पुछी होवे, जेड़ी भी चीज़ मिसिंग है, जिवें उरे सम मिसिंग है, P मिसिंग है, सो आपां हुण ओ फॉर्मूला लगा के P कढ लांगे। सो डिफरेंस की सीगा? जिवें ₹90 है, ये डिफरेंस है। ये डिफरेंस कढण दा फॉर्मूला मैं तुहानू की दस्सिया सी? P R स्क्वायर अपॉन 100 स्क्वायर, जिथे 2 सालां दी गल हो रही है। सो हुण उरे अपने कोल R दी वैल्यू है 12%। जदों हुण इहनूं आपां सॉल्व करांगे तां अपने कोल जिहड़ी P दी वैल्यू है वो आ जाऊगी 6250। हुण आपां ने करना है कंपाउंड इंटरेस्ट, उन्होंने पूछा होया 3 सालां दे लई। सिंपली अपने कोल P दी वैल्यू आ गई, आपां कंपाउंड इंटरेस्ट दा फॉर्मूला लगावांगे। पहला अमाउंट कढांगे, P 1 प्लस R कितना है 12 डिवाइड बाय 100 3। सो ये हुण आपां अमाउंट कढ लांगे इहनूं सॉल्व करके। अमाउंट आ गई अपने कोल 8780.80। कंपाउंड इंटरेस्ट किवें कढांगे? इहदे चों 6250 जो प्रिंसिपल है इस अमाउंट चों ओनू माइनस करके, सो जो अपने जो 6250 माइनस करते तो अपने कोल 3 साल बाद जिहड़ा कंपाउंड इंटरेस्ट है वो आ जाऊगा। पर उरे क्वेश्चन विच उन्होंने सिर्फ पूछी हुई है अपने कोल ए वैल्यू अमाउंट, वैल्यू ऑफ अमाउंट। सो जे इस तो अगे तुहानू उत्थे होवे कि कंपाउंड इंटरेस्ट कितना है तां तुसीं इहनूं माइनस करके दसो, नहीं तो ऑप्शंस दे विच तुहानू सिर्फ जो उन्होंने अमाउंट पूछी हुई है तो जिथे ए वैल्यू लिखी हुई है तुसीं उस ऑप्शन नूं टिक कर देना। हुण अगे आ गया आपां मैंसुरेशन उत्ते। पहला आ गया क्यूब दा क्वेश्चन। डायगनल दिता होया क्यूब दा 4√3 मीटर है, वॉल्यूम ते सरफेस एरिया कढना है। हुण मान लो क्यूब दी साइड है जिहड़ी एज है वो है A मीटर। डायगनल दा फार्मूला की हुंदा है? डायगनल दा फार्मूला हुंदा है √3a ते अपने को कितनी दित्ती हुई है डायगनल? ਇਹਦੇ बराबर है, रूट नाल रूट कैंसिल। सो एज आ गया अपने कोल 4, साइड आ गई 4। हुण आपां ने वॉल्यूम कढना है, सिंपल फार्मूला लगा के a दी क्यूब तो 4 मल्टीप्लाई बाय 4 मल्टीप्लाई बाय 4 आ गया 64 मीटर क्यूब आ गया
इस क्यूब का वॉल्यूम। सरफेस एरिया का फॉर्मूला है 6 स्क्वायर, 6 गुणा 4 गुणा 4, 96 मीटर स्क्वायर आ गया सरफेस एरिया। सिंपल। ट्रिक की सी मेन जिथे तुसी अड़ना सी ਉਹ ਸੀ ਕਿ ਤੁਹਾਨੂੰ डायगोनल ਦਾ ਪਹਿਲਾਂ ਤਾਂ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ। अगला क्वेश्चन है ਉਹਦੇ ਵਿੱਚ क्यूबॉइड ਦੀ ਆਪਣੇ ਕੋਲ ਲੈਂਥ ਬ੍ਰੈਡਥ ਹਾਈਟ ਹੈ, वॉल्यूम सरफेस एरिया ते डायगोनल पूछा होया। ये मैं ਤੁਹਾਨੂੰ बेस वाले क्वेश्चन ਤਿਆਰ ਕਰਵਾ ਰਹੀ ਹਾਂ ਕਿਉਂਕਿ ਇਹਦੇ ਨਾਲ ਥੋੜੇ ਫਾਰਮੂਲੇ ਪੱਕੇ ਹੋ ਜਾਣਗੇ। क्यूबॉइड ਦੇ वॉल्यूम ਦਾ ਹੁੰਦਾ ਹੈ L into B into H, मतलब 12 गुणा 9 गुणा 8, ये आ गया 864 मीटर क्यूब। क्यूबॉइड ਦਾ ਜਿਹੜਾ ਸਰਫੇਸ ਏਰੀਆ ਉਹਦਾ ਫਾਰਮੂਲਾ ਹੁੰਦਾ ਹੈ 2LB plus BH plus HL, मतलब 2 ਨੂੰ ਬਾਹਰ ਰੱਖ ਕੇ 12 ਗੁਣਾ 9 plus 9 ਗੁਣਾ 8 plus 8 ਗੁਣਾ 12, ਇਹ ਆ ਜਾਊਗਾ ਸਰਫੇਸ ਏਰੀਆ 552 मीटर स्क्वायर। डायगोनल ਦਾ ਫਾਰਮੂਲਾ। सो वो है रूट L स्क्वायर प्लस B स्क्वायर प्लस H स्क्वायर, मतलब उरे आ जाऊगा 12, उरे आ जाऊगा 9 ते उरे आ जाऊगा 8। ਜਦੋਂ ਨੂੰ ਆਪਾਂ ਸੋਲਵ ਕਰਾਂਗੇ रूट 289 ਬਚੂਗਾ ਤੇ ਇਹਦਾ ਆਨਸਰ ਆ ਜਾਊਗਾ 17 मीटर आ जाऊगा डायगोनल। अगला क्वेश्चन है सिलेंड्रिकल टैंक ਦੀ कैपेसिटी दसी हुई है। सो उस तो बाद रेडियस बेस ਦਾ एक सिलेंड्रिकल टैंक है, ਉਹਦੇ बेस ਦਾ रेडियस है 14 मीटर। ਇਹ ਚੀਜ਼ ਡੈਪਥ ਆਪਾਂ ਨੇ ਦੱਸਣੀ ਹੈ। ਡੈਪਥ ਦਾ ਮਤਲਬ ਆਪਾਂ ਨੇ ਹਾਈਟ ਕੱਢਣੀ ਹੈ। ਸਭ ਤੋਂ ਪਹਿਲਾਂ ਤਾਂ ਕਪੈਸਿਟੀ ਦਾ ਮਤਲਬ ਹੈ ਕਿ ਵੋਲਿਊਮ ਦਿੱਤਾ ਹੋਇਆ। ਸਿਲੰਡਰ ਦੇ ਵੋਲਿਊਮ ਦਾ ਫਾਰਮੂਲਾ ਕੀ ਹੁੰਦਾ ਹੈ ਪਾਈ r ਸਕੁਆਇਰ h, 22/7 ਪਾਈ ਦੀ ਵੈਲਿਊ, r 14 ਗੁਣਾ 14 ਗੁਣਾ h ਕਿੰਨਾ ਦਿੱਤਾ ਹੋਇਆ 6160। ਸਿੰਪਲੀ h ਦੀ ਵੈਲਿਊ, ਇਹ ਸਾਰੀਆਂ ਵੈਲਿਊਜ਼ ਇੱਧਰ ਚਲੇ ਜਾਣਗੀਆਂ, h ਆ ਜਾਊਗਾ 10 मीटर। अगला क्वेश्चन है हेमिस्फीयर ਦਾ वॉल्यूम ਦਿੱਤਾ ਹੋਇਆ ਆਪਾਂ ਨੂੰ 19404 क्यूबिक सेंटीमीटर। टोटल सरफेस एरिया ਕੱਢਣਾ ਹੈ। ਸਭ ਤੋਂ ਪਹਿਲਾਂ ਤਾਂ ਹੈਮਿਸਫੀयर ਦਾ ਜਿਹੜਾ ਵੋਲਿਊਮ ਹੈ ਉਹਦਾ ਫਾਰਮੂਲਾ ਹੈ 2/3 ਪਾਈ r क्यूब। ਕਿੰਨਾ ਹੁਣ ਇਸ ਚੀਜ਼ ਤੋਂ ਆਪਣੇ ਕੋਲ r ਦੀ ਵੈਲਿਊ ਨਿਕਲ ਆਊਗੀ ਜਦੋਂ ਆਪਾਂ ਉਰੇ ਵੈਲਿਊ ਸਾਰੀਆਂ ਭਰਾਂਗੇ। ਤਾਂ ਆਪਾਂ ਹੁਣ ਇਹਨਾਂ ਨੂੰ ਇੱਧਰ ਲੈ ਕੇ ਜਾਵਾਂਗੇ ਤਾਂ ਉੱਥੇ ਆਪਣੇ ਕੋਲ r ਦੀ ਵੈਲਿਊ ਨਿਕਲ ਆਊਗੀ। ਸੋ r ਆ ਜਾਊਗਾ 21 ਸੈਂਟੀਮੀਟਰ। ਸੋ r ਆ ਗਿਆ 21 ਸੈਂਟੀਮੀਟਰ। ਹੁਣ ਆਪਾਂ ਨੇ ਟੋਟਲ ਸਰਫੇਸ ਏਰੀਆ ਕੁਐਸਚਨ ਪੁੱਛਿਆ ਹੋਇਆ। ਟੋਟਲ ਸਰਫੇਸ ਏਰੀਆ ਹੁੰਦਾ ਹੈ ਹੈਮਿਸਫੀयर ਦਾ 3 ਪਾਈ r ਸਕੁਆਇਰ। ਸੋ 3 ਗੁਣਾ 22 बटे 7 गुणा 21 गुणा 21, ये 7 3 ते चला जाऊगा, आंसर आ जाऊगा 4168 स्क्वायर सेंटीमीटर, ऑप्शन बी। अगला क्वेश्चन है कोन नाल रिलेटेड। कोन दी हाइट है 7 सेंटीमीटर, बेस है 3 सेंटीमीटर। इस कोन नू जिहड़ी लक्कड़ दे नाल तैयार किया गया है, वो लक्कड़ एक वुडन ब्लॉक चो लई गई है जिहड़ा रैक्टेंगुलर शेप दा है। ओदी लेंथ ब्रेथ हाइट दी हुई है। क्वेश्चन है कि जो लक्कड़ वुडन ब्लॉक चो लक्कड़ वरत के कोन तैयार कर ली, ओदी मेजरमेंट्स अपने कोल ने, किन्ने परसेंट लक्कड़ बची जिहड़ी वेस्ट होगी। सो इहदे च आपां की करांगे, जिन्नी क्यूबॉइड दी जिहड़ी वुड सी ओदा वॉल्यूम ते जिन्ना वॉल्यूम कर्व कीता उस चों कढ के कोन तैयार कीती है उन्हां नूं आपस च माइनस कर दांगे, अपने कोल आ जूगी परसेंटेज। हुण आपां देखदे हां पहला क्यूबॉइड दी उरे आपां वॉल्यूम कढ लैंदे हां। लेंथ ब्रेथ हाइट हैगी L इंटू B इंटू H हुंदा फॉर्मूला। सो 10 गुणा 5 गुणा 2 100 सेंटीमीटर आ गया वॉल्यूम क्यूबॉइड दा। हुण जिहदे चों तैयार कीती है कोन, इहदा फॉर्मूला 1/3 पाई r स्क्वायर h। सो 1/3 इंटू 22/7 r है 3 गुणा 7 अपने कोल हाइट है। इनू आपां सॉल्व करांगे, आ गया 66। हुण 100 चों 66 माइनस करता, बचे अपने कोल 34%,
जो लक्कड़ वेस्ट हुई है। वेरी सिंपल बट इंपॉर्टेंट क्वेश्चन फॉर एग्जाम। अगला है फाइंड द एरिया ऑफ राइट एंगल्ड ट्राइएंगल। एक राइट एंगल ट्राइएंगल है जिदा अपन ने एरिया कढना है। बेस 6.5 है, हाइपोटेन्यूज है 9। सब तो पहला हाइट कढन दे लई फॉर्मूला की आऊगा, हाइपोटेन्यूज स्क्वायर माइनस बेस दा स्क्वायर एदा रूट। सो जो सॉल्व करांगे हाइट आ जाऊगी 6.22 मीटर। हुण फॉर्मूला की हुंदा ट्रायंगल दे एरिया दा, हाफ बेस इनटू हाइट। बेस की जगह ते आपां भर दांगे 6.5, हाइट की जगह ते 6.22, सॉल्व करके आ जाऊगा 20.215 मीटर स्क्वायर। अगला क्वेश्चन है एक स्क्वायर दा एरिया कढना, लेंथ है जिहदे डायगनल दी 2.4 मीटर। जिथे थोनू स्क्वायर दी डायगनल दी मेजरमेंट दित्ती होवे उत्थे एरिया दा फॉर्मूला लगदा हाफ डायगनल दा स्क्वायर। सो 1/2 इंटू 2.4 इंटू 2.4, इनू सॉल्व करांगे आंसर आ जाऊगा 2.88 मीटर स्क्वायर एरिया। अगला क्वेश्चन है लेंथ ते ब्रेड दित्ती हुई है एक प्लेग्राउंड दी 36 मीटर 21 मीटर। फ्लैग स्टाफ्स आर रिक्वायर्ड टू बी फिक्स्ड ऑन ऑल अलोंग द बाउंड्री एट अ डिस्टेंस ऑफ 3 मीटर। 3 मीटर दी दूरी ते सारे आले दुआले झंडे लगाने ने। किन्ने टोटल फ्लैग स्टाफ लगाए जाणगे। सो ਇਹਦੇ ਲਈ ਆਪਾਂ ਨੂੰ ਆਲੇ ਦੁਆਲੇ ਦਾ ਸਭ ਤੋਂ ਪਹਿਲਾਂ ਤਾਂ ਪੈਰੀਮੀਟਰ ਪਤਾ ਹੋਣਾ ਚਾਹੀਦਾ। ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਰੈਕਟੈਂਗਲ ਦਾ 2 L + B। ਸੋ ਲੈਂਥ ਹੈਗੀ 36, ब्रेथ है 21, इनू सॉल्व करांगे पैरीमीटर आ जाऊगा 114। हुण किन्ने लगावांगे जे 3-3 मीटर दी दूरी ते लगाने ने तां 3 नाल डिवाइड कर दांगे, आंसर आ जाऊगा 38 ऑप्शन बी। इस टाइप दे क्वेश्चन भी पेपर लिए काफी इंपॉर्टेंट ने। नेक्स्ट क्वेश्चन है एक सर्कल दा डायामीटर 100% इंक्रीज हो जांदा तो डायामीटर इंक्रीज होने दे नाल एरिया कितना इंक्रीज हो। सो पहला आपां ओरिजिनल एरिया देखांगे, नवा एरिया देखांगे कि किन्ने परसेंट इंक्रीज होया। सब तो पहला तां ओरिजिनल एरिया कितना रहूगा। सो ओरिजिनल एरिया रहूगा सिंपल डायामीटर दे नाल जिहदे विच कोई भी इंक्रीज नहीं आपां ने कीती। सो वो है ओरिजिनल। सब तो पहला तां आपां एरिया कढांगे, पाई d/2 दी स्क्वायर, ये आ गया। नवा एरिया आपां कढांगे जे डायमीटर 100% इंक्रीज हो जाता तो नवा एरिया आ गया पाई 100% का की मतलब आ कि जिन्ना सी उदों दुगना हो गया। कोई चीज जे 100% वध जाती है तो उसका मतलब हुंदा है कि जिन्नी पहला सी उहदी दुगनी होगी। सो पाई इंटू 2d/2 दी स्क्वायर। सो ए 2 नाल 2 कैंसल हो गया, नवा एरिया आ गया पाई डी स्क्वायर। हुण इंक्रीज कितना होया। सो नवे चो पुराना आपां माइनस करांगे, एदे चो आपां इनू माइनस करांगे तो अपने कोल आंसर आ जाऊगा 3πd/4 दी स्क्वायर। सो ये आ गया। हुण क्वेश्चन विच पूछा है कि जिहड़ा नवा है परसेंटेज कितनी इंक्रीज हुई है। सो ओरिजिनल नालों जे आपां गल करिए तो जिहड़ी परसेंटेज इंक्रीज हुई है वो हुई है 3πd/4। नीचे आपां डिवाइड करदे हुंदे आ हमेशा ਜਿਹਦੀ ਆਪਾਂ ਨੇ परसेंटेज ਕੱਢਣੀ ਹੁੰਦੀ ਹੈ ਉਸ ਚੀਜ਼ ਨੂੰ ਆਪਾਂ ਨੀਚੇ ਰੱਖਦੇ ਹੁੰਦੇ ਆ। ਸੋ ਹੁਣ ਆਪਾਂ ਉਹ ਜੋ ਨੀਚੇ ਰੱਖਾਂਗੇ ਤਾਂ ਉਲਟਾ ਹੋ ਜਾਊਗਾ ਜਿਹੜਾ ਇਹ ਵਾਲਾ ਸੀਗਾ। ਸੋ 4 ਉੱਪਰ ਚਲੇ ਜਾਊਗਾ, ਪਾਈ ਡੀ ਸਕੁਆਇਰ ਆ ਜਾਊਗਾ ਨੀਚੇ, परसेंटेज ਕੱਢਣ ਲਈ ਮਲਟੀਪਲਾਈ ਬਾਈ 100, 4 ਨਾਲ 4 ਕੈਨਸਲ ਕਰਤਾ ਆਪਾਂ ਨੇ, ਪਾਈ ਡੀ ਸਕੁਆਇਰ ਨਾਲ ਪਾਈ ਡੀ ਸਕੁਆਇਰ, 3 ਗੁਣਾ 100 300% ऑप्शन सी। सो इस तरीके ਨਾਲ स्टैप बाय स्टैप चलो, कोई भी क्वेश्चन ਤੁਹਾਡੇ ਲਈ ਔਖਾ नहीं ਰਹੂਗਾ। अगला क्वेश्चन है लेंथ ऑफ अ रेक्टेंगुलर फील्ड। लेंथ 60% ਵਧਾਤੀ इंक्रीज करती, किन्ने परसेंट ब्रेथ नू घटाइए डिक्रीज करिए कि एरिया नवा ते पुराना सेम रहे। पहला तो क्वेश्चन नू तुसी चंगी तरह समझो कि क्वेश्चन कह की रहा है। सब तो पहला तो लेंथ कितनी मान लो x, ब्रेथ मान लो y, नवी जिहड़ी ब्रेथ है वो मान लो z। नवी लेंथ कितनी है 60% इंक्रीज होगी तो x ਦੇ ਵਿੱਚ ਜਦੋਂ ਆਪਾਂ ਨੇ 60% इंक्रीज करती तो वो बन गई 160/100 x ਤੇ ਜਦੋਂ ਆਪਾਂ ਕੱਟ ਕਰਾਂਗੇ
2 ਦੇ ਟੇਬਲ ਤੇ ਇਹ ਆਜੂ 8/5x। ਸੋ ਨਵੀਂ ਬ੍ਰੈਡਥ ਨਵੀਂ ਲੈਂਥ, ਇਹ ਹੈਗੀ ਪੁਰਾਣੀ ਲੈਂਥ ਤੇ ਪੁਰਾਣੀ ਬ੍ਰੈਡਥ। ਹੁਣ ਆਪਾਂ ਨੇ ਕੀ ਕਰਨਾ ਹੈ, ਜਿਹੜੀ ਨਵੀਂ ਤੇ ਪੁਰਾਣੀ ਲੈਂਥ ਬ੍ਰੈਡਥ ਹੈ, ਆਪਾਂ ਨੂੰ ਕੁਐਸਚਨ 'ਚ ਕਹਿਤਾ ਕਿ ਏਰੀਆ ਬਰਾਬਰ ਹੈ। ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ, L into B, ਮਤਲਬ ਪੁਰਾਣੀ L into B ਨਵੀਂ L into B ਦੇ ਬਰਾਬਰ ਹੈ। ਇਹ ਚੀਜ਼ ਆਪਾਂ ਕਹਿ ਸਕਦੇ ਹਾਂ। ਸੋ ਹੁਣ ਉਰੇ ਆਪਾਂ ਜਦੋਂ ਸੋਲਵ ਕਰਾਂਗੇ ਇਸ ਇਕੁਏਸ਼ਨ ਨੂੰ, ਆਪਣੇ ਕੋਲ Z ਦੀ ਵੈਲਿਊ ਆ ਜਾਊਗੀ। ਇਹਨੂੰ ਆਪਾਂ ਇੱਧਰ ਲੈ ਕੇ ਜਾਵਾਂਗੇ, x ਨਾਲ x ਕੱਟਿਆ ਜਾਊਗਾ, Z ਦੀ ਵੈਲਿਊ ਆ ਜਾਊਗੀ ਆਪਣੇ ਕੋਲ। Z ਕੀ ਸੀ ਆਪਣੇ ਕੋਲ, ਨਵੀਂ ਬ੍ਰੈਡਥ 5y/8। ਸੋ ਇਹ ਆ ਗਿਆ Z। ਡਿਕਰੀਜ਼ ਇਨ ਬ੍ਰੈਡਥ, ਬ੍ਰੈਡਥ ਵਿੱਚ ਜਿਹੜੀ ਡਿਕਰੀਜ਼ ਕਿੰਨੀ ਕਰਨੀ ਆ ਆਪਾਂ ਨੇ। ਸੋ ਪੁਰਾਣੀ ਬ੍ਰੈਡਥ ਸੀ ਆਪਣੇ ਕੋਲ y ਚੋਂ ਆਪਾਂ ਨਵੀਂ ਮਾਈਨਸ ਕਰ ਦਾਂਗੇ 5y/8। ਸੋ ਜਦੋਂ ਇਹਨੂੰ ਆਪਾਂ ਸੋਲਵ ਕਰਾਂਗੇ ਆਪਣੇ ਕੋਲ ਆ ਜਾਊਗਾ 3/8y। ਇੰਨੀ ਆਪਾਂ ਡਿਕਰੀਜ਼ ਕਰਾਂਗੇ ਸੋ ਦੈਟ ਏਰੀਆ ਸੇਮ ਰਹੇ। ਹੁਣ ਪਰਸੈਂਟੇਜ ਕਿੰਨੀ ਆਊਗੀ ਇਹਦੀ, ਇਹਦੀ ਜਿਹੜੀ ਪਰਸੈਂਟ ਜਦੋਂ ਆਪਾਂ ਨੇ ਕੱਢਣੀ ਹੈ, ਤਾਂ ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਨੀ ਆ 3/8y। ਪਰਸੈਂਟ ਕਿਵੇਂ ਕੱਢਦੇ ਹੁੰਦੇ ਆ, ਪੁਰਾਣੀ ਨੂੰ ਆਪਾਂ ਨੀਚੇ ਰੱਖਦੇ ਹੁੰਦੇ ਆ। ਸੋ ਜਦੋਂ ਆਪਾਂ ਇਹਨੂੰ ਉਰੇ ਨੀਚੇ ਰੱਖਾਂਗੇ ਤਾਂ ਇਹ, ਕਿਉਂਕਿ ਆਲਰੇਡੀ ਉਰੇ ਆਪਣੇ ਕੋਲ ਫ੍ਰੈਕਸ਼ਨ ਫਾਰਮ ਚ ਆ, ਉੱਪਰ ਚਲੀ ਜਾਊਗੀ, ਮਲਟੀਪਲਾਈ ਬਾय 1/y ਬਣ ਜੂਗੀ ਗੁਣਾ 100, ਜਿਵੇਂ ਆਪਾਂ ਨੇ ਇਸ ਕੁਐਸਚਨ ਚ ਕੀਤਾ ਸੀ। y ਨਾਲ y ਕੱਟਿਆ ਗਿਆ। ਸੋ ਜਦੋਂ ਇਹਨੂੰ ਆਪਾਂ ਸਾਰਾ ਸੋਲਵ ਕਰਾਂਗੇ 300/8 ਆ ਗਿਆ। ਸੋ ਇਹ 2 ਤੇ ਚਲਾ ਜਾਊਗਾ ਬਟ ਪੂਰੀ ਤਰ੍ਹਾਂ ਡਿਵਾਈਡ ਨਹੀਂ ਹੋਊਗਾ। ਸੋ ਫ੍ਰੈਕਸ਼ਨ ਚ ਹੀ ਰਹੂਗਾ, ਆਂਸਰ ਆ ਜਾਊਗਾ 37/1/2%, ਆਪਸ਼ਨ ਏ। ਸੋ ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਇੱਕ ਪਾਰਕ ਹੈ ਸਕੁਆਇਰ ਫਾਰਮ ਦੇ ਵਿੱਚ, ਜਿਹਦੀਆਂ ਸਾਈਡਸ ਨੇ 100 ਮੀਟਰ ਦੀਆਂ। ਦ ਏਰੀਆ ਆਫ ਪਾਰਕ ਐਕਸਕਲੂਡਿੰਗ ਦ ਸਰਕੂਲਰ ਲਾਨ। ਹੁਣ ਜਿਹੜਾ ਇਹ ਪਾਰਕ ਹੈ, ਇਹਦੇ ਵਿਚਕਾਰ ਇੱਕ ਸਰਕੂਲਰ ਲਾਨ ਹੈ, ਤੇ ਜਿਹੜਾ ਇਹ ਵਾਲਾ ਏਰੀਆ ਹੈ, ਇਹਦਾ ਆਪਾਂ ਨੂੰ ਦੱਸਿਆ ਹੋਇਆ ਹੈ 8614 ਮੀਟਰ ਸਕੁਆਇਰ ਇਹਦਾ ਏਰੀਆ ਹੈ ਇਸ ਪਾਰਟ ਦਾ, ਇਹ ਸਰਕੂਲਰ ਲਾਨ ਨੂੰ ਛੱਡ ਕੇ। ਸੋ ਹੁਣ ਜਿਹੜਾ ਇਹ ਵਾਲਾ ਹੈ ਟੋਟਲ ਪੂਰਾ ਬਾਹਰ ਵਾਲਾ, ਇਹਦਾ ਏਰੀਆ ਕਿੰਨਾ ਹੋਊਗਾ, ਸਾਈਡ ਸਕੁਆਇਰ, ਕਿਉਂਕਿ ਸਕੁਆਇਰ ਹੈ 100 into 100। ਸੋ ਇਹ ਆ ਗਿਆ 10,000। ਬਾਕੀ ਇਸ ਏਰੀਆ ਦਾ ਹੈਗਾ ਆਪਾਂ ਨੂੰ ਆਲਰੇਡੀ ਦਿੱਤੀ ਹੋਈ ਉਹਨਾਂ ਨੇ ਮੈਜ਼ਰਮੈਂਟ। ਕੁਐਸਚਨ ਦੇ ਵਿੱਚ ਪੁੱਛਿਆ ਹੋਇਆ ਕਿ ਜਿਹੜਾ ਸਰਕੂਲਰ ਲਾਨ ਹੈ ਇਹਦਾ ਕਿੰਨਾ ਰੇਡੀਅਸ ਹੈ। ਹੁਣ ਇਹਦਾ ਆਪਾਂ ਨੂੰ ਰੇਡੀਅਸ ਤਾਂ ਪਤਾ ਲੱਗੂਗਾ ਜੇ ਪਹਿਲਾਂ ਇਹਦਾ ਏਰੀਆ ਪਤਾ ਹੋਊਗਾ। ਸੋ ਇਹ ਸਾਰਾ ਜਦੋਂ ਆਪਾਂ ਮਾਈਨਸ ਕਰ ਦਾਂਗੇ ਇਹ ਵਾਲੇ ਚੋਂ ਜਿਹੜਾ ਬਾਕੀ ਵਾਲਾ ਹੈ ਏਰੀਆ ਪੂਰਾ, ਤਾਂ ਆਪਣੇ ਕੋਲ ਸੈਂਟਰ ਵਾਲਾ ਜਿਹੜਾ ਬਚਿਆ ਹੋਇਆ ਸਰਕੂਲਰ ਲਾਨ ਹੈ ਇਹਦਾ ਏਰੀਆ ਨਿਕਲ ਆਊਗਾ। ਸੋ 10,000 ਚੋਂ 8614 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਸੈਂਟਰ ਵਾਲੇ ਪਾਰਟ 1386 ਮੀਟਰ ਸਕੁਆਇਰ ਇਹਦਾ ਆ ਗਿਆ ਏਰੀਆ। ਹੁਣ ਸਿੰਪਲੀ ਇਹਦਾ ਆਪਣੇ ਕੋਲ ਏਰੀਆ ਆ ਗਿਆ। ਏਰੀਆ ਦਾ ਫਾਰਮੂਲਾ ਕੀ ਹੁੰਦਾ, ਸਰਕਲ ਦੇ ਪਾਈ ਆਰ ਸਕੁਆਇਰ। ਹੁਣ ਉਰੇ ਆਪਾਂ ਵੈਲਿਊਜ਼ ਪੁੱਟ ਕਰਕੇ r ਦੀ ਵੈਲਿਊ ਕੱਢ ਲਾਂਗੇ, r ਆ ਜਾਊਗਾ 21 ਮੀਟਰ, ਆਪਸ਼ਨ ਹੈ। ਸੋ ਇਹ ਸੀ ਅੱਜ ਦਾ ਇੰਪੋਰਟੈਂਟ ਲੈਕਚਰ। ਥੈਂਕ ਯੂ ਐਂਡ ਗੁੱਡ ਲੱਕ।